Hello everyone and welcome back to Anybody Can Learn GK। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਐਗਜ਼ਾਮ ਹੈ ਉਹ ਸੈਪਟੈਂਬਰ ਦੇ ਲਾਸਟ ਵੀਕ ਦੇ ਵਿੱਚ ਹੋਣਾ, ਜਿੱਦਾਂ ਕਿ PSSB ਨੇ ਨੋਟੀਫਿਕੇਸ਼ਨ ਕੱਢਿਆ ਸੀਗਾ। ਤਾਂ ਉਸ ਹਿਸਾਬ ਨਾਲ ਆਪਾਂ ਜਿਹੜਾ ਆਪਣਾ GK ਦਾ ਪੋਰਸ਼ਨ ਹੈ ਉਹ ਆਪਾਂ ਕੰਟੀਨਿਊ ਕਰ ਰਹੇ ਹਾਂ ਤੇ ਅੱਜ ਆਪਾਂ ਐਕਸਾਈਜ਼ ਦਾ ਜਿਹੜਾ ਸੀਰੀਜ਼ ਆਪਣੀ ਉਹਦਾ ਪਾਰਟ 4th ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੁਡੀਸ਼ੀਅਲ ਸਿਸਟਮ, ਯਾਨੀ ਕਿ ਇੰਡੀਆ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਜਿਵੇਂ ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਤਾਂ ਹਾਇਰਾਰਕੀ ਕੀ ਹੈ ਤੇ ਉਹਨਾਂ ਦੇ ਉੱਪਰ ਇੰਪੋਰਟੈਂਟ MCQ ਕੀ ਬਣ ਸਕਦੇ ਨੇ। ਕਿਉਂਕਿ ਕੁਐਸਚਨ ਜੇਕਰ ਪੁੱਛਿਆ ਜਾਊਗਾ ਬੇਸਿਕ ਪੁੱਛਿਆ ਜਾਊਗਾ, ਜ਼ਿਆਦਾ ਡੀਪ ਕੁਐਸਚਨ ਨਹੀਂ ਪੁੱਛਿਆ ਜਾਊਗਾ, ਤਾਂ ਮੈਂ ਬੇਸਿਕ ਕੁਐਸਚਨ ਹੀ ਕਵਰ ਕਰ ਰਿਹਾ ਤੇ ਤੁਹਾਡੇ ਸਿਲੇਬਸ ਦੇ ਫਸਟ ਸੈਕਸ਼ਨ ਦੇ ਵਿੱਚ ਮੈਂਸ਼ਨ ਹੈਗਾ। ਤਾਂ ਐਗਜ਼ਾਮ ਤੋਂ ਜਾਣ ਤੋਂ ਪਹਿਲਾਂ ਵੀਡੀਓ ਜ਼ਰੂਰ ਦੇਖਿਓ, ਡੈਫੀਨੇਟਲੀ ਇਹਦੇ ਵਿੱਚ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਦੇਖਣ ਨੂੰ ਮਿਲੂਗਾ। ਤਾਂ ਪਹਿਲਾ ਕੁਐਸਚਨ ਦੇਖਦੇ ਹਾਂ ਅੱਜ, ਤੇ ਤੁਸੀਂ ਮੇਰਾ ਹੈਸ਼ਟੈਗ ਯੂਜ਼ ਕਰ ਸਕਦੇ ਹੋ, #ਸਟੱਡੀ ਵਿਦ ਸੁਨੀਲ ਜਿੰਦਲ, ਮੇਰੀ ਹੋਰ ਵੀਡੀਓਜ਼ ਦੇਖਣ ਲਈ, ਜਿਹਦੇ ਵਿੱਚ ਤੁਹਾਨੂੰ GK ਦੀ ਕਾਫੀ ਜ਼ਿਆਦਾ ਨੌਲੇਜ ਮਿਲੇਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਾ RTI, ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਰਾਈਟ ਟੂ ਇਨਫੋਰਮੇਸ਼ਨ। RTI ਐਕਟ ਆਫ ਪਾਰਲੀਮੈਂਟ ਰਿਸੀਵ ਦਾ ਐਸੈਂਟ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਔਨ। ਮਤਲਬ ਕੁਐਸਚਨ ਦੇ ਵਿੱਚ ਪੁੱਛ ਰਿਹਾ ਕਿ ਜਦੋਂ RTI ਐਕਟ ਪਾਸ ਹੋਇਆ ਸੀਗਾ ਪਾਰਲੀਮੈਂਟ ਤੋਂ, ਉਸ ਨੂੰ ਪ੍ਰੈਜ਼ੀਡੈਂਟ ਦੀ ਸਹਿਮਤੀ ਕਦੋਂ ਮਿਲੀ ਸੀਗੀ। ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਐਕਟ ਬਣਦਾ ਕਿਵੇਂ ਹੈ। ਕੋਈ ਐਕਟ ਜਿਹੜਾ ਮੰਨ ਲਓ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋਇਆ ਤੇ ਲੋਕ ਸਭਾ ਦੇ ਵਿੱਚ ਉਹ ਪਾਸ ਹੋ ਗਿਆ, ਦੈਨ ਉਹ ਕਿੱਥੇ ਜਾਏਗਾ ਜੀ, ਉਹ ਰਾਜ ਸਭਾ ਦੇ ਵਿੱਚ ਜਾਏਗਾ। ਠੀਕ ਹੈ, ਹੁਣ ਰਾਜ ਸਭਾ ਦੇ ਵਿੱਚ ਗਿਆ, ਰਾਜ ਸਭਾ ਨੇ ਵੀ ਉਸ ਨੂੰ ਪਾਸ ਕਰ ਦਿੱਤਾ, ਯਾਨੀ ਕਿ ਵੋਟਿੰਗ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਤੇ ਮੈਜੋਰਟੀ ਨਾਲ ਉਹ ਪਾਸ ਹੋ ਗਿਆ। ਦੈਨ ਹੋ ਜਾਂਦਾ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਉਹਨਾਂ ਦੀ ਸਹਿਮਤੀ ਲਈ। ਤਾਂ ਹੀ ਮੈਂ ਤੁਹਾਨੂੰ ਕਈ ਵਾਰ ਕਹਿਣਾ ਕਿ ਪਾਰਲੀਮੈਂਟ ਵਿੱਚ ਕੀ ਕੀ ਹੁੰਦਾ, ਪਾਰਲੀਮੈਂਟ ਵਿੱਚ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ। ਤਿੰਨਾਂ ਦੀ ਹਾਂ ਤੋਂ ਬਾਅਦ ਹੀ ਕੋਈ ਜਿਹੜਾ ਬਿੱਲ ਹੈ ਉਹ ਐਕਟ ਬਣਦਾ ਹੈਗਾ। ਤਾਂ ਹੁਣ ਕੀ ਹੋਊਗਾ, ਪ੍ਰੈਜ਼ੀਡੈਂਟ ਉਹਨੂੰ ਆਪਣੀ ਮਨਜ਼ੂਰੀ ਦੇ ਦੇਊਗਾ ਤੇ ਉਹ ਕੀ ਹੋ ਜਾਊਗਾ, ਬਿੱਲ ਜਿਹੜਾ ਹੈ ਉਹ ਐਕਟ ਬਣ ਜਾਊਗਾ। ਤੇ ਕੁਐਸਚਨ ਦੇ ਵਿੱਚ ਨਾ ਇੱਕ ਡੇਟ ਪੁੱਛੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਨਾ ਬੇਸਿਕ ਕੁਐਸਚਨ ਤੁਹਾਨੂੰ ਜੇਕਰ ਆਇਆ ਤਾਂ ਆ ਹੋ ਜਾਊਗਾ ਕਿ RTI ਕਦੋਂ ਬਣਿਆ ਸੀਗਾ, ਤਾਂ 2005 ਦੇ ਵਿੱਚ ਬਣਿਆ ਸੀਗਾ। ਤੇ ਹੁਣ ਆਪਾਂ ਦੇਖ ਲੈਂਦੇ ਹਾਂ RTI ਐਕਟ ਜਿਹੜਾ ਸੀਗਾ ਲੋਕ ਸਭਾ ਦੇ ਵਿੱਚ 11 ਮਈ ਨੂੰ ਪਾਸ ਹੋਇਆ, ਦੈਨ ਰਾਜ ਸਭਾ ਦੇ ਵਿੱਚ 12 ਮਈ ਨੂੰ, ਦੈਨ ਉਹਨੂੰ ਪ੍ਰੈਜ਼ੀਡੈਂਟ, ਉਸ ਟਾਈਮ ਕੌਣ ਸੀਗੇ ਪ੍ਰੈਜ਼ੀਡੈਂਟ ਆਪਣੇ, ਉਹ ਸੀਗੇ ਡਾਕਟਰ APJ ਅਬਦੁਲ ਕਲਾਮ। ਇਹਨਾਂ ਨੂੰ 15 ਜੂਨ ਨੂੰ ਇਹਨੂੰ ਜਿਹੜੀ ਸੀ ਮਨਜ਼ੂਰੀ ਦੇ ਦਿੱਤੀ ਸੀਗੀ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ C, 15 ਜੂਨ। ਹੁਣ ਇਹ ਲਾਗੂ ਕਦੋਂ ਹੋਇਆ, ਇਹ ਲਾਗੂ ਹੋਇਆ ਜੀ 12 ਅਕਤੂਬਰ ਨੂੰ। ਤੁਹਾਨੂੰ ਐਗਜ਼ਾਮ ਦੇ ਵਿੱਚ ਆਹ ਡੇਟ ਤਾਂ ਯਾਦ ਰੱਖਣੀ ਹੀ ਰੱਖਣੀ ਹੈਗੀ ਹੈ। 12 ਅਕਤੂਬਰ 2005 ਨੂੰ RTI ਜਿਹੜਾ ਸੀਗਾ ਉਹ ਲਾਗੂ ਹੋ ਗਿਆ ਸੀਗਾ। ਨੈਕਸਟ ਗੱਲ ਕਰਦਾ ਵੈਨ ਵਾਜ਼ ਸੁਪਰੀਮ ਕੋਰਟ ਇਨੋਗਰੇਟਡ ਇਨ ਇੰਡੀਆ। ਸੁਪਰੀਮ ਕੋਰਟ ਕਦੋਂ ਇਨੋਗਰੇਸ਼ਨ ਹੋਈ ਸੀ ਇੰਡੀਆ ਦੇ ਵਿੱਚ। ਤਾਂ ਸੁਪਰੀਮ ਕੋਰਟ ਜਿਹੜਾ ਸੀਗਾ ਜੀ 28 ਜਨਵਰੀ 1950 ਨੂੰ ਇਨੋਗਰੇਟ ਹੋ ਗਿਆ ਸੀਗਾ। ਬੇਸਿਕਲੀ ਜਦੋਂ ਆਜ਼ਾਦ ਭਾਰਤ ਦਾ ਸੁਪਰੀਮ ਕੋਰਟ ਬਣਿਆ ਸੀਗਾ, ਉਹਨੇ ਜਿਹੜਾ ਸੁਪਰੀਮ ਕੋਰਟ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ 1935 ਕਰਕੇ ਜਿਹੜਾ ਆਇਆ ਸੀਗਾ, ਉਹਨੂੰ ਰਿਪਲੇਸ ਕਰ ਦਿੱਤਾ ਸੀ। ਆ ਦੇਖੋ, ਇਟ ਰਿਪਲੇਸ ਬੋਥ ਦਾ ਫੈਡਰਲ ਕੋਰਟ ਆਫ ਇੰਡੀਆ, ਉਸ ਟਾਈਮ ਫੈਡਰਲ ਕੋਰਟ ਆਫ ਇੰਡੀਆ ਚੱਲਿਆ ਕਰਦਾ ਜੀ, ਐਂਡ ਦਾ ਜੁਡੀਸ਼ੀਅਲ ਕਮੇਟੀ ਆਫ ਦਾ ਪ੍ਰੀਵੀ ਕਾਊਂਸਿਲ ਵੇਅਰ ਵਰ ਦੈਨ ਦਾ ਐਪੈਕਸ ਆਫ ਦਾ ਜੁਡੀਸ਼ੀਅਲ। ਯਾਨੀ ਕਿ ਜਿਸ ਟਾਈਮ ਜਿਹੜੇ ਸੀਗੇ ਆ ਐਪੈਕਸ ਕੋਰਟ ਹੋਇਆ ਕਰਦੇ, ਇਹਨਾਂ ਨੂੰ ਸਭ ਨੂੰ ਰਿਪਲੇਸ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਆ ਗਿਆ ਸੀਗਾ। ਆ ਦੇਖੋ ਜੀ, ਤੇ ਸੁਪਰੀਮ ਕੋਰਟ ਨੂੰ ਗੁਲਾਮ ਭਾਰਤ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ, ਉਹ ਕਹਿੰਦਾ ਸੀਗਾ ਫੈਡਰਲ ਕੋਰਟ ਆਫ ਇੰਡੀਆ, ਜੋ ਕਿ 37 ਯਾਨੀ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਤਾਂ ਉਹ ਆਇਆ ਸੀਗਾ, ਤੇ ਬਣਿਆ ਕਦੋਂ ਸੀਗਾ, ਇਸਟੈਬਲਿਸ਼ ਹੋਏਗਾ 37 ਦੇ ਵਿੱਚ। ਲੇਕਿਨ ਜੇ ਮੈਂ ਆਜ਼ਾਦ ਭਾਰਤ ਦੀ ਗੱਲ ਕਰਾਂ ਤਾਂ 28 ਜਨਵਰੀ 1950 ਨੂੰ ਇਸਟੈਬਲਿਸ਼ ਹੋਇਆ ਸੀਗਾ। ਨੈਕਸਟ ਗੱਲ ਕਰਦਾ ਦਾ ਕਰੰਟ ਮੈਕਸਿਮਮ ਪੋਸੀਬਲ ਸਟਰੈਂਥ ਆਫ ਜੱਜਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਇਜ਼। ਦੇਖੋ ਇਸ ਕੁਐਸਚਨ ਦੇ ਵਿੱਚ ਨਾ ਬਹੁਤ ਵਾਰ ਕਨਫਿਊਜ਼ਨ ਰਹਿੰਦੀ ਹੈ ਬੱਚਿਆਂ ਨੂੰ ਕਿ ਸਰ ਮੈਕਸਿਮਮ ਸਟਰੈਂਥ ਕੀ ਹੈ, ਕਰੰਟ ਸਟਰੈਂਥ ਕੀ ਹੈ। ਦੇਖੋ ਇੱਕ ਆਪਣਾ ਜਿਹੜਾ ਕੋਰਟ ਹੈਗਾ ਸੁਪਰੀਮ ਕੋਰਟ ਆਫ ਇੰਡੀਆ, ਉਸ ਦੇ ਵਿੱਚ ਮੈਕਸਿਮਮ ਨਾ 34 ਜੱਜ ਬੈਠ ਸਕਦੇ ਨੇ। ਇਹਦਾ ਮਤਲਬ ਆ ਨਹੀਂ ਕਿ ਹਮੇਸ਼ਾ ਹੀ 34 ਰਹਿਣਗੇ, ਇਹ ਟਾਈਮ ਬਾਏ ਟਾਈਮ ਇਸ ਨੂੰ ਪਾਰਲੀਮੈਂਟ ਜਿਹੜੇ ਇਸ ਨੰਬਰ ਨੂੰ ਵਧਾਊਗਾ, ਘਟਾਊਗਾ ਤਾਂ ਘਟਾ ਵੀ ਸਕਦਾ, ਲੇਕਿਨ ਜਿਸ ਹਿਸਾਬ ਦੇ ਹਾਲਾਤ ਨਹੀਂ ਲੱਗਦਾ ਨਹੀਂ ਕਿ ਘਟੂਗਾ, ਕਿਉਂਕਿ ਨੰਬਰ ਆਫ ਕੇਸਿਸ ਪੈਂਡਿੰਗ ਹੀ ਬਹੁਤ ਜ਼ਿਆਦਾ ਨੇ। ਤਾਂ ਮੈਕਸਿਮਮ ਸਟਰੈਂਥ ਹੋਊਗੀ 34, ਯਾਨੀ ਕਿ ਜਿਨ੍ਹਾਂ ਵਿੱਚ 33 ਜੱਜ ਅਤੇ ਇੱਕ ਹੋਊਗਾ CJI, ਯਾਨੀ ਕਿ ਚੀਫ ਜਸਟਿਸ ਆਫ ਇੰਡੀਆ। ਮੈਕਸਿਮਮ ਸਟਰੈਂਥ 34 ਹੋ ਸਕਦੀ ਹੈ, ਤਾਂ ਮੈਕਸਿਮਮ ਸਟਰੈਂਥ ਕਿੰਨੀ ਹੋ ਜਾਊਗੀ ਜੀ 34। ਲੇਕਿਨ ਜੇ ਮੈਂ ਇਸ ਗੱਲ ਕਰਾਂ ਕਰੰਟ ਸੀਟਿੰਗ ਜੱਜ ਕਿੰਨੇ ਨੇ ਸੁਪਰੀਮ ਕੋਰਟ ਦੇ ਵਿੱਚ, ਹੁਣ ਰੀਸੈਂਟਲੀ 9 ਜੱਜਿਸ ਐਡ ਹੋਏ ਨੇ, ਤਾਂ ਕਰੰਟਲੀ ਜਿਹੜੀ ਸਟਰੈਂਥ ਹੈ ਉਹ 33 ਹੈ, ਯਾਨੀ ਕਿ 33 ਹਾਲੇ ਬੈਠੇ ਨੇ, ਮੈਕਸਿਮਮ ਬੈਠ 34 ਸਕਦੇ ਨੇ। ਤੇ ਆ ਵੀ ਹੋ ਸਕਦਾ ਹੈ ਕਿ ਕੁਛ ਦਿਨਾਂ ਬਾਅਦ ਮੰਨ ਲਓ ਕੋਈ ਜੱਜ ਰਿਟਾਇਰ ਹੋ ਜਾਂਦੇ ਨੇ ਤਾਂ ਕਰੰਟ ਸੀਟਿੰਗ ਜਿਹੜੀ ਆ 32 ਜਾਂ 31 ਵੀ ਹੋ ਜਾਊਗੀ, ਲੇਕਿਨ ਮੈਕਸਿਮਮ ਸਟਰੈਂਥ 34 ਹੈ। ਜੇਕਰ ਵਧੂਗੀ ਤਾਂ ਆਉਣ ਵਾਲੇ ਟਾਈਮ 'ਤੇ ਦੇਖੀ ਜਾਊਗੀ, ਯਾਨੀ ਕਿ ਅੱਜ ਦੀ ਜਿਹੜਾ ਸਿਨੈਰੀਓ ਮੈਂ ਤੁਹਾਨੂੰ ਉਹ ਦੱਸ ਰਿਹਾ ਹੈਗਾ।
ਤੇ ਇੱਕ ਮੇਨ ਗੱਲ ਹੋਰ, ਤੁਹਾਡੇ ਐਕਸਾਈਜ਼ ਦੇ ਵਿੱਚ ਪੰਜਾਬ ਹਿਸਟਰੀ ਐਂਡ ਕਲਚਰ ਵੀ ਆਉਣਾ ਹੈਗਾ, ਤੇ ਇਹਦੀ ਵੀਡੀਓਜ਼ ਆਲਰੇਡੀ ਮੈਂ ਪਟਵਾਰੀ ਦੇ ਟਾਈਮ ਤੇ ਅਪਲੋਡ ਕਰ ਚੁੱਕਿਆ ਸੀਗਾ, ਜੋ ਕਿ ਇਹਦੇ ਲਈ ਵੀ ਤੁਹਾਨੂੰ ਬੜੀ ਹੈਲਪਫੁਲ ਰਹਿਣਗੀਆਂ। ਜਿਵੇਂ ਕਿ ਉਹਦੇ ਵਿੱਚ ਆਪਾਂ ਕਿਸੇ ਪਾਰਟ ਦੇ ਵਿੱਚ ਗੱਲ ਕੀਤੀ ਸੀਗੀ ਨੈਸ਼ਨਲ ਮੂਵਮੈਂਟ ਇਨ ਪੰਜਾਬ ਬ੍ਰਿਟਿਸ਼ ਪੀਰੀਅਡ ਦੇ ਵਿੱਚ, ਉਹ ਕਾਫੀ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਹੋਏਗਾ। ਸਿੱਖ ਰੂਲਰ ਸੀਗੇ ਆਪਣੇ, ਉਹਨਾਂ ਬਾਰੇ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਹੋਏਗਾ। ਗੁਰੂ ਐਂਡ ਸੂਫੀ ਸੰਤ ਬਾਰੇ, ਮਤਲਬ ਤੁਹਾਨੂੰ ਪੰਜਾਬ ਐਂਡ ਹਿਸਟਰੀ ਕਲਚਰ ਇਹਦੇ ਵਿੱਚ ਤੁਹਾਡਾ ਕੰਪਲੀਟ ਹੋ ਜਾਏਗਾ, ਤੁਸੀਂ ਇੱਧਰੋਂ ਦੇਖ ਸਕਦੇ ਹੋ। ਇੱਥੇ ਤੁਹਾਨੂੰ ਇੱਕ ਆਈ ਬਟਨ ਦਿਖੂਗਾ, ਉੱਥੇ ਮੈਂ ਕੰਪਲੀਟ ਪਲੇਲਿਸਟ ਪਾ ਦੇਵਾਂਗਾ। ਅਦਰਵਾਈਜ਼ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਇਹਨਾਂ ਦੇ ਲਿੰਕ ਦੇ ਦੇਵਾਂਗਾ, ਤਾਂ ਕਿ ਤੁਹਾਡੇ ਜੀਕੇ ਦੇ ਵਿੱਚ ਵਾਧਾ ਹੋ ਸਕੇ। ਨੈਕਸਟ ਗੱਲ ਕਰਦੇ ਹਾਂ, A judge of Supreme Court may be resign his office by writing a letter to। ਮੰਨ ਲਓ ਕੋਈ ਵੀ ਇਨਸਾਨ ਹੈ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈਗਾ, ਉਹ ਚਾਹੁੰਦਾ ਆਪਣੇ ਪਦ ਤੋਂ ਅਸਤੀਫਾ ਦੇਣਾ, ਤਾਂ ਉਹ ਕਿਹਨੂੰ ਲਿਖੇਗਾ? ਚੀਫ ਜਸਟਿਸ ਨੂੰ ਲਿਖੇਗਾ, ਪ੍ਰੈਜ਼ੀਡੈਂਟ ਨੂੰ ਲਿਖੇਗਾ, ਪ੍ਰਾਈਮ ਮਿਨਿਸਟਰ ਨੂੰ ਲਿਖੇਗਾ, ਜਾਂ ਲੋ ਮਿਨਿਸਟਰ ਨੂੰ ਲਿਖੇਗਾ, ਕਾਨੂੰਨ ਮੰਤਰੀ ਨੂੰ। ਦੇਖੋ ਜੀ, ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਅਤੇ ਹਾਈ ਕੋਰਟ ਦੇ ਜੱਜ ਨੇ ਨਾ, ਉਹਨਾਂ ਨੂੰ ਅਪੋਇੰਟ ਵੀ ਪ੍ਰੈਜ਼ੀਡੈਂਟ ਹੀ ਕਰਦਾ ਹੈ, ਅਤੇ ਜੇਕਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਜੱਜ ਰਿਜ਼ਾਈਨ ਕਰਨਾ ਚਾਹੇ ਤਾਂ ਉਹ ਲੈਟਰ ਵੀ ਪ੍ਰੈਜ਼ੀਡੈਂਟ ਨੂੰ ਲਿਖੇਗਾ। ਯਾਨੀ ਕਿ ਰਿਜ਼ਾਈਨ ਕਰਨਾ ਤਾਂ ਵੀ ਪ੍ਰੈਜ਼ੀਡੈਂਟ ਨੂੰ, ਅਪੋਇੰਟ ਕਰਨਾ ਤਾਂ ਵੀ ਪ੍ਰੈਜ਼ੀਡੈਂਟ ਲਿਖ ਕਰਦਾ ਉਹਨਾਂ ਨੂੰ, ਤਾਂ ਦੈਟ ਮੀਨਸ ਪ੍ਰੈਜ਼ੀਡੈਂਟ ਇਹਦਾ ਆਨਸਰ ਹੋ ਜਾਊਗਾ, ਕਿਉਂਕਿ ਸੁਪਰੀਮ ਕੋਰਟ ਦੇ ਬਾਰੇ ਪੁੱਛਿਆ ਗਿਆ। ਅਤੇ ਨੈਕਸਟ ਕੁਐਸਚਨ 'ਤੇ ਜਾਣ ਤੋਂ ਪਹਿਲਾਂ ਤੁਸੀਂ ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਰੈਡ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਿਓ, ਅਤੇ ਤੁਹਾਨੂੰ PDF ਮਿਲੂਗੀ ਇਹਦੀ ਟੈਲੀਗ੍ਰਾਮ ਦੇ ਉੱਪਰ। ਟੈਲੀਗ੍ਰਾਮ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ। ਤੁਹਾਡੀ ਕੋਈ ਕੁਐਰੀ ਹੈ, ਤੁਸੀਂ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਫੋਲੋ ਕਰਕੇ ਪੁੱਛ ਸਕਦੇ ਹੋ, ਤਾਂ ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਨੇ, ਜਲਦੀ ਜਾ ਕੇ ਫੋਲੋ ਕਰੋ। ਅਤੇ ਜੇ ਵੀਡੀਓ ਤੁਹਾਨੂੰ ਸਮਝ ਆ ਰਹੀ ਹੈ, ਚੰਗੀ ਲੱਗ ਰਹੀ ਹੈ, ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਯਾਰ। ਨੈਕਸਟ ਗੱਲ ਕਰ ਰਿਹਾ, ਹਾਊ ਕੈਨ ਏ ਜੱਜ ਆਫ ਸੁਪਰੀਮ ਕੋਰਟ ਬੀ ਰਿਮੂਵਡ, ਯਾਨੀ ਕਿ ਸੁਪਰੀਮ ਕੋਰਟ ਦਾ ਜੱਜ ਕਿਵੇਂ ਹਟਾਇਆ ਜਾ ਸਕਦਾ। ਦੇਖੋ, ਪਿਛਲੇ ਕੁਐਸਚਨ ਅਤੇ ਇਸ ਕੁਐਸਚਨ ਦੇ ਵਿੱਚ ਫਰਕ ਹੈਗਾ। ਪਿਛਲੇ ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਕਿ ਰੈਜ਼ੀਗਨੇਸ਼ਨ ਦੇਣਾ ਤਾਂ ਕਿਹਨੂੰ ਦੇਗਾ, ਹੁਣ ਪੁੱਛ ਰਿਹਾ ਹੈ ਕਿ ਜੇ ਉਹਨੂੰ ਹਟਾਉਣਾ ਹੋਵੇ ਤਾਂ ਕਿਵੇਂ ਹਟਾਇਆ ਜਾਊਗਾ। ਦੇਖੋ, ਇਹ ਪਾਵਰ ਵੀ ਨਾ ਪ੍ਰੈਜ਼ੀਡੈਂਟ ਕੋਲ ਹੁੰਦੀ ਹੈ, ਲੇਕਿਨ ਇੰਪੀਚਮੈਂਟ ਕੀਤਾ ਜਾਂਦਾ ਹੈਗਾ। ਇੰਪੀਚਮੈਂਟ ਮਤਲਬ ਉਹਨੂੰ ਆਪਣੇ ਪਦ ਤੋਂ ਹਟਾਉਣ ਦੇ ਲਈ ਨਾ ਪਾਰਲੀਮੈਂਟ ਦੇ ਵਿੱਚ ਵੋਟਿੰਗ ਹੁੰਦੀ ਹੈਗੀ ਹੈ। ਆਫਟਰ ਦੈਟ, ਜਿਵੇਂ ਆਪਣੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਇੰਪੀਚਮੈਂਟ ਹੁੰਦੀ ਹੈ, ਉਸੇ ਤਰ੍ਹਾਂ 'ਤੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ ਦੀ ਵੀ ਇੰਪੀਚਮੈਂਟ ਉਸੇ ਤਰ੍ਹਾਂ ਹੁੰਦੀ ਹੈ। ਤਾਂ ਆਪਾਂ ਕਹਾਂਗੇ ਜੀ ਬਾਏ ਦਾ ਪ੍ਰੈਜ਼ੀਡੈਂਟ ਔਨ ਦਾ ਰეკਮੈਂਡੇਸ਼ਨ ਆਫ ਦਾ ਪਾਰਲੀਮੈਂਟ, ਨੋਟ ਚੀਫ ਜਸਟਿਸ। ਆ ਧਿਆਨ ਰੱਖਿਓ, ਆਪਸ਼ਨ ਨੰਬਰ ਡੀ ਇਹਦਾ ਸਹੀ ਆਂਸਰ ਹੋਏਗਾ। ਗਰਾਊਂਡ ਕੀ ਹੋਏਗਾ? ਜਾਂ ਤਾਂ ਪ੍ਰੂਵਡ ਮਿਸਬੀਹੇਵੀਅਰ ਹੋਏਗਾ, ਇਨਕੈਪੈਸਿਟੀ ਹੋਏਗਾ। ਯਾਨੀ ਕਿ ਇਨਕੈਪੈਸਿਟੀ ਮਤਲਬ ਉਹ ਇੱਕ ਜੱਜ ਰਹਿਣ ਦੇ ਕਾਬਿਲ ਨਹੀਂ ਹੈ, ਕੈਪੇਬਲ ਨਹੀਂ ਹੈ। ਨੈਕਸਟ ਗੱਲ ਕਰਦਾ, ਇਨ ਵਿਚ ਈਅਰ ਵਾਜ਼ ਦਾ ਕੋਲੀਜੀਅਮ ਸਿਸਟਮ ਫॉर ਦਾ ਅਪਾਇੰਟਮੈਂਟ ਆਫ ਜੱਜਿਸ ਬਾਏ ਸੁਪਰੀਮ ਕੋਰਟ ਆਫ ਇੰਡੀਆ। ਤੁਹਾਨੂੰ ਪਤਾ ਹੈ, ਹੁਣ ਜਦੋਂ ਵੀ ਸੁਪਰੀਮ ਕੋਰਟ ਦੇ ਵਿੱਚ ਕਿਸੇ ਜੱਜ ਦੀ ਅਪਾਇੰਟਮੈਂਟ ਹੁੰਦੀ ਹੈ, ਤਾਂ ਕੋਲੀਜੀਅਮ ਸਿਸਟਮ ਜਿਹੜਾ ਹੈ ਉਹ ਇਹਦੀ ਸਿਫਾਰਿਸ਼ ਕਰਦਾ ਹੈਗਾ, ਯਾਨੀ ਕਿ ਇਸ ਜੱਜ ਨੂੰ ਲੱਗਣਾ ਚਾਹੀਦਾ। ਅਤੇ ਉਸ ਕੋਲੀਜੀਅਮ ਸਿਸਟਮ ਵਿੱਚ ਕੌਣ ਕੌਣ ਹੁੰਦਾ ਹੈਗਾ? ਉਹਦੇ ਵਿੱਚ ਤਾਂ ਚੀਫ ਜਸਟਿਸ ਆਫ ਇੰਡੀਆ ਹੁੰਦਾ ਹੈ, ਅਤੇ 4 ਸੀਨੀਅਰ ਮੋਸਟ ਜੱਜ ਹੁੰਦੇ ਨੇ, ਤਾਂ ਉਹ ਜਿਹੜੇ ਨੇ ਸੁਪਰੀਮ ਕੋਰਟ ਦੇ ਹੁੰਦੇ ਨੇ ਜੀ। ਅਤੇ ਐਂਡ ਮੀਨ 5 ਜੱਜਾਂ ਦਾ ਮਿਲ ਕੇ ਕੋਲੀਜੀਅਮ ਸਿਸਟਮ ਬਣਦਾ, ਅਤੇ ਆਹੀ ਰეკਮੈਂਡ ਕਰਦਾ ਹੈ ਵੀ ਇਸ ਜੱਜ ਨੂੰ ਹਾਈ ਕੋਰਟ ਲਾਇਆ ਜਾਵੇ ਜਾਂ ਸੁਪਰੀਮ ਕੋਰਟ ਲਾਇਆ ਜਾਵੇ। ਅਤੇ ਕਦੋਂ ਬਣਿਆ ਸੀਗਾ? ਇਹ ਬਣਿਆ ਸੀਗਾ ਜੀ 1993 ਦੇ ਵਿੱਚ, ਆਪਸ਼ਨ ਨੰਬਰ ਏ। ਫਿਰ ਗੱਲ ਕਰਦਾ, ਦਾ ਪਾਵਰ ਆਫ ਦਾ ਸੁਪਰੀਮ ਕੋਰਟ ਆਫ ਇੰਡੀਆ ਟੂ ਡਿਸਾਈਡ ਡਿਸਪਿਊਟ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟ ਫਾਲਸ ਅੰਡਰ ਇਟਸ। ਦੇਖੋ, ਆਹ 2-3 ਇੰਪੋਰਟੈਂਟ ਚੀਜ਼ਾਂ ਨੇ। ਐਡਵਾਈਜ਼ਰੀ ਜੁਡੀਸ਼ਨ ਦੇ ਵਿੱਚ ਨਾ ਕੀ ਹੁੰਦਾ ਹੈ, ਸੁਪਰੀਮ ਕੋਰਟ ਜਿਹੜਾ ਐਡਵਾਈਜ਼ ਕਰਦਾ ਕਿਹਨੂੰ? ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਅੰਡਰ ਸੈਕਸ਼ਨ 143। ਯਾਨੀ ਕਿ ਜਦੋਂ ਵੀ ਪ੍ਰੈਜ਼ੀਡੈਂਟ ਇੰਡੀਆ ਨੂੰ ਸੁਪਰੀਮ ਕੋਰਟ ਦੀ ਐਡਵਾਈਸ ਦੀ ਜ਼ਰੂਰਤ ਹੈ, ਹਾਂ ਪ੍ਰੈਜ਼ੀਡੈਂਟ ਬਾਉਂਡਡ ਨਹੀਂ ਹੈਗਾ ਕਿ ਸੁਪਰੀਮ ਕੋਰਟ ਨੇ ਜੋ ਐਡਵਾਈਸ ਦਿੱਤੀ ਹੈ ਉਹ ਮੰਨੇਗਾ ਹੀ ਮੰਨੇਗਾ, ਉਹ ਉਹਦੀ ਆਪਣੀ ਮਰਜ਼ੀ ਹੈ। ਲੇਕਿਨ ਐਡਵਾਈਜ਼ਰੀ ਜੁਡੀਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਐਡਵਾਈਸ ਕਰ ਸਕਦਾ ਸੁਪਰੀਮ ਕੋਰਟ ਆਫ ਇੰਡੀਆ। ਫਿਰ ਆਉਂਦਾ ਹੈਗਾ ਐਪੀਲੇਟ ਜੁਡੀਸ਼ਨ। ਐਪੀਲੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵੀ ਲੋਅਰ ਕੋਰਟ ਦੇ ਫੈਸਲੇ ਨੇ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈਗਾ। ਤਾਂ ਆਪਾਂ ਨੂੰ ਪਤਾ ਹੈ ਕਿ ਆਪਣੀ ਐਪੈਕਸ ਕੋਰਟ ਯਾਨੀ ਕਿ ਸਭ ਤੋਂ ਵੱਡੀ ਕੋਰਟ ਹੈ ਜਿਹੜੀ, ਉਹ ਸੁਪਰੀਮ ਕੋਰਟ ਹੈ, ਤਾਂ ਉਹਦੇ ਵਿੱਚ ਜਾਇਆ ਜਾ ਸਕਦਾ ਹੈ। ਤਾਂ ਸਿਵਲ ਕੇਸ ਹੋ ਗਏ, ਕ੍ਰਿਮੀਨਲ ਹੋ ਗਏ, ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਕੇਸਿਸ ਨੇ ਜੋ ਕਿ ਐਪੀਲੇਟ ਜੁਡੀਸ਼ਨ ਦੇ ਅੰਡਰ ਆਉਂਦੇ ਨੇ। ਫਿਰ ਗੱਲ ਕਰਦੇ ਹਾਂ ਆਪਾਂ ਓਰੀਜਨਲ ਜੁਡੀਸ਼ਨ। ਓਰੀਜਨਲ ਜੁਡੀਸ਼ਨ ਦੇ ਵਿੱਚ ਆਪਾਂ ਜਿਹੜੇ ਸੈਂਟਰ ਐਂਡ ਸਟੇਟ ਦੇ ਆਪਸ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ, ਡਿਸਪਿਊਟਸ ਨੂੰ ਸੁਪਰੀਮ ਕੋਰਟ ਦੇਖਦੀ ਹੈ। ਤਾਂ ਇਸ ਕੁਐਸਚਨ ਦੇ ਮੁਕਾਬਲੇ ਆਪਾਂ ਇਸ ਨੂੰ ਆਨਸਰ ਸਹੀ ਲਾ ਦੇਵਾਂਗੇ। ਓਰੀਜਨਲ ਜੁਡੀਸ਼ਨ ਦੇ ਅੰਡਰ ਡਿਸਪਿਊਟਸ ਆਉਂਦੇ ਨੇ ਸਟੇਟ ਜਾਂ ਸੈਂਟਰ ਦੇ ਜਾਂ ਫਿਰ ਯੂਟੀਜ਼ ਦੇ। ਨੈਕਸਟ ਗੱਲ ਕਰਦਾ, ਜੁਡੀਸ਼ੀਅਲ ਰਿਵਿਊ ਇੰਪਲਾਈਜ਼ ਦਾ ਰਾਈਟ ਆਫ ਕੋਰਟ। ਜਿਹੜਾ ਜੁਡੀਸ਼ੀਅਲ ਰਿਵਿਊ ਹੈ ਕੋਰਟ ਦਾ, ਸੁਪਰੀਮ ਕੋਰਟ ਦਾ, ਉਹ ਕਿਸ ਗੱਲ ਬਾਰੇ ਗੱਲ ਕਰ ਰਿਹਾ? ਉਹ ਗੱਲ ਕਰਦਾ ਹੈਗਾ ਜੀ, ਡਿਕਲੇਅਰ ਐਨੀ ਲਾਅ ਔਰ ਆਰਡਰ ਇਨਵੈਲਿਡ ਇਫ ਇਟ ਇਜ਼ ਇਨ ਕੌਨਫਲਿਕਟ ਵਿਦ ਦਾ ਕੌਨਸਟੀਟਿਊਸ਼ਨ। ਦੇਖੋ ਜੀ, ਆਪਸ਼ਨ ਇਹ ਗੱਲ ਕਰ ਰਿਹਾ ਹੈਗਾ, ਜਦੋਂ ਵੀ ਕੋਈ ਸਰਕਾਰ ਲਾਅ ਬਣਾਉਂਦੀ ਹੈ, ਕੋਈ ਇਹੋ ਜਿਹਾ ਆਰਡਰ ਪਾਸ ਕਰਦੀ ਹੈ ਜਿਹੜਾ ਕੌਨਸਟੀਟਿਊਸ਼ਨ ਦੇ ਨਾਲ ਕਨਫਲਿਕਟ ਖਾਵੇ, ਯਾਨੀ ਕਿ ਜਿਹੜਾ ਮੰਨ ਲਓ ਤੁਹਾਡੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਦਾ ਹੋਵੇ, ਇੱਦਾਂ ਦੀ ਕੋਈ ਗੱਲ ਹੋਵੇ, ਤਾਂ ਅੰਡਰ
ਸੁਪਰੀਮ ਕੋਰਟ ਜਿਹੜੀ ਪਾਵਰ ਹੈ ਜੁਡੀਸ਼ੀਅਲ ਰਿਵਿਊ ਦੇ ਤਹਿਤ ਉਹ ਉਹਨੂੰ ਇਨਵੈਲਿਡ ਘੋਸ਼ਿਤ ਕਰ ਸਕਦਾ ਹੈਗਾ ਜੀ। ਤਾਂ ਆਪਸ਼ਨ ਨੰਬਰ ਏ ਇਹਦਾ ਸਹੀ ਆਨਸਰ ਹੋਏਗਾ। ਨੈਕਸਟ ਕੁਐਸਚਨ ਦੇ ਵਿੱਚ ਗੱਲ ਕਰਦਾ ਹੈ ਵਿਚ ਆਫ ਦਾ ਫੋਲੋਇੰਗ ਕੇਸਿਸ ਕਮਸ ਅੰਡਰ ਦਾ ਜੂਰਿਸਡਿਕਸ਼ਨ ਆਫ ਹਾਈ ਕੋਰਟ ਐਂਡ ਸੁਪਰੀਮ ਕੋਰਟ, ਯਾਨੀ ਕਿ ਹਾਈ ਕੋਰਟ ਦੇ ਕੋਲ ਵੀ ਆਉਂਦੇ ਨੇ ਉਹ ਕੇਸਿਸ, ਸੁਪਰੀਮ ਕੋਰਟ ਵਿੱਚ ਹੀ ਆ ਸਕਦੇ ਨੇ। ਦੇਖੋ ਜਿਹੜੇ ਡਿਸਪਿਊਟ ਦੇ ਕੋਰਟ ਨੇ ਨਾ, ਡਿਸਪਿਊਟ ਦੇ ਕੇਸਿਸ ਨੇ ਉਹ ਸਿੱਧਾ ਸੁਪਰੀਮ ਕੋਰਟ ਵਿੱਚ ਹੀ ਜਾਣਗੇ, ਹਾਈ ਕੋਰਟ ਦੇ ਵਿੱਚ ਨਹੀਂ ਜਾਣਗੇ। ਨੈਕਸਟ ਗੱਲ ਕਰਦਾ ਹੈਗਾ ਕਿ ਪ੍ਰੋਟੈਕਸ਼ਨ ਫਰੋਮ ਦਾ ਵਾਇਲੇਸ਼ਨ ਆਫ ਦਾ ਕੌਨਸਟੀਟਿਊਸ਼ਨ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਵੀ ਸੁਪਰੀਮ ਕੋਰਟ ਹੀ ਕਰਦਾ ਹੈਗਾ। ਫਿਰ ਗੱਲ ਕਰਦਾ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ। ਦੇਖੋ ਇਨਫੋਰਸਮੈਂਟ ਕਰਾਉਣ ਲਈ ਨਾ ਫੰਡਾਮੈਂਟਲ ਰਾਈਟਸ ਦੇ ਦੋ ਚੀਜ਼ਾਂ ਨੇ ਜੀ, ਇੱਕ ਤਾਂ ਹੈਗਾ ਹਾਈ ਕੋਰਟ, ਇੱਕ ਹੈਗਾ ਸੁਪਰੀਮ ਕੋਰਟ। ਅੰਡਰ ਸੈਕਸ਼ਨ 32 ਆਪਾਂ ਜਾ ਸਕਦੇ ਹਾਂ ਸੁਪਰੀਮ ਕੋਰਟ, ਯਾਨੀ ਕਿ ਜਦੋਂ ਵੀ ਆਪਣੇ ਲੱਗਦਾ ਹੈ ਕਿ ਆਪਣੇ ਫੰਡਾਮੈਂਟਲ ਰਾਈਟਸ ਦਾ ਵਾਇਲੇਸ਼ਨ ਹੋ ਰਿਹਾ ਤਾਂ ਆਪਾਂ ਹਾਈ ਕੋਰਟ ਜਾ ਸਕਦੇ ਹਾਂ ਆਰਟੀਕਲ 226 ਦੇ ਤਹਿਤ, ਤੇ ਸੁਪਰੀਮ ਕੋਰਟ ਜਾ ਸਕਦੇ ਹਾਂ ਆਰਟੀਕਲ 32 ਦੇ ਤਹਿਤ। ਯਾਦ ਰੱਖ ਲਿਓ ਜੀ, ਇਸ ਦਾ ਡਾਇਰੈਕਟ ਪੁੱਛਿਆ ਜਾਂਦਾ ਹੈਗਾ ਤਾਂ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ ਸੀ। ਯਾਨੀ ਕਿ ਆਪਾਂ ਰਿਟਸ ਇਸ਼ੂ ਕਰਵਾਉਂਦੇ ਹਾਂ, ਰਿਟਸ ਜਿਹੜੇ ਨੇ ਇਸ ਦੇ ਅੰਡਰ ਆਉਂਦੀਆਂ ਨੇ। ਫਿਰ ਗੱਲ ਕਰਦਾ ਹੈ ਵਿਚ ਵਨ ਆਫ ਦਾ ਫੋਲੋਇੰਗ ਹਾਈ ਕੋਰਟ ਹੈਜ਼ ਇਟਸ ਜੂਰਿਸਡਿਕਸ਼ਨ ਓਵਰ ਦਾ ਮੋਰ ਦੈਨ ਵਨ ਸਟੇਟ ਔਰ ਯੂਨੀਅਨ ਟੈਰੀਟਰੀ, ਯਾਨੀ ਕਿ ਜਿਹਦੇ ਕੋਲ ਇੱਕ ਤੋਂ ਜ਼ਿਆਦਾ ਸਟੇਟ ਜਾਂ ਯੂਟੀ ਦੀ ਜਿਹੜੀ ਹੈ ਜੂਰਿਸਡਿਕਸ਼ਨ ਪੈਂਦੀ ਹੈ। ਜਿਵੇਂ ਕਿ ਮੈਂ ਗੱਲ ਕਰਾਂ ਆਪਣੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ, ਕਿ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਵੀ ਜੂਰਿਸਡਿਕਸ਼ਨ ਹੈ, ਪੂਰੇ ਪੰਜਾਬ ਦੀ ਜੂਰਿਸਡਿਕਸ਼ਨ ਹੈ, ਪੂਰੇ ਹਰਿਆਣਾ ਦੀ ਹੈਗੀ, ਯਾਨੀ ਕਿ ਮੋਰ ਦੈਨ ਵਨ ਹੈ, ਲੇਕਿਨ ਆਪਸ਼ਨ ਦੇ ਵਿੱਚ ਹੈ ਨਹੀਂ ਤਾਂ ਆਪਾਂ ਇਹਨੂੰ ਕੰਸੀਡਰ ਨਹੀਂ ਕਰਾਂਗੇ। ਹੁਣ ਆਪਾਂ ਇੱਕ ਹੀ ਕਰਕੇ ਦੇਖ ਲੈਂਦੇ ਹਾਂ ਵੀ ਕਿਹੜੇ ਕਿਹੜੇ ਹਾਈ ਕੋਰਟ ਕੋਲ ਕਿੰਨੀ ਕਿੰਨੀ ਜੁਰਿਸਡਿਕਸ਼ਨ ਪਾਵਰ ਨੇ। ਇਲਾਹਾਬਾਦ ਦੀ ਜਿਹੜੀ ਹੈ ਉਹ ਉੱਤਰ ਪ੍ਰਦੇਸ਼ ਦੀ ਜੁਰਿਸਡਿਕਸ਼ਨ ਹੈ, ਦਿੱਲੀ ਹਾਈ ਕੋਰਟ ਕੋਲ ਦਿੱਲੀ ਦੀ ਜੁਰਿਸਡਿਕਸ਼ਨ ਹੈ, ਗੁਜਰਾਤ ਕੋਲ ਗੁਜਰਾਤ ਦੀ, ਲੇਕਿਨ ਮਹਾਰਾਸ਼ਟਰ ਖੁਦ ਦੀ ਤਾਂ ਹੈਗੀ ਹੈ, ਸਾਥ ਨਾਲ ਉਹਨਾਂ ਵਿੱਚ ਗੋਆ, ਦਾਦਰਾ ਨਗਰ ਹਵੇਲੀ ਐਂਡ ਦਮਨ ਐਂਡ ਦਿਊ ਦੀ ਵੀ ਹੈ। ਦੈਟ ਮੀਨਸ ਐਜ਼ ਪਰ ਆਪਸ਼ਨ ਆਪਣਾ ਆਨਸਰ ਕੀ ਹੋ ਜਾਊਗਾ, ਆਪਸ਼ਨ ਨੰਬਰ ਡੀ ਮਹਾਰਾਸ਼ਟਰ। ਤੇ ਜਿਹੜਾ ਗੁਵਾਹਾਟੀ ਹਾਈ ਕੋਰਟ ਹੈ ਇਹਦੇ ਕੋਲ ਵੀ ਬਾਈ ਸਾਹਿਬ ਆਸਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ, ਇਹ ਜਿਹੜਾ ਹੈਗਾ ਇਹਨਾਂ ਚਾਰਾਂ ਦੀ ਜੂਰਿਸਡਿਕਸ਼ਨ ਜਿਹੜੀ ਆ ਉਹ ਗੁਵਾਹਾਟੀ ਕੋਰਟ ਕੋਲ ਹੈ, ਗੁਵਾਹਾਟੀ ਹਾਈ ਕੋਰਟ। ਨੈਕਸਟ ਗੱਲ ਕਰਦਾ ਹੈ ਹਾਊ ਮੈਨੀ ਰਿਟਸ ਆਰ ਦੇਅਰ ਇਨ ਆਵਰ ਕੌਨਸਟੀਟਿਊਸ਼ਨ ਆਫ ਇੰਡੀਆ, ਯਾਨੀ ਕਿ ਆਪਣੇ ਸੰਵਿਧਾਨ ਦੇ ਵਿੱਚ ਕਿੰਨੀ ਤਰ੍ਹਾਂ ਦੀ ਰਿਟ ਨੇ। ਇਹਦਾ ਬਹੁਤ ਹੀ ਬੇਸਿਕ ਕੁਐਸਚਨ ਹੈ ਤੇ ਬਾਰ-ਬਾਰ ਪੁੱਛਿਆ ਜਾਣ ਵਾਲਾ ਕੁਐਸਚਨ ਹੈ। ਤਾਂ ਆਪਣੇ ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਹੈ ਉਹਦੇ ਵਿੱਚ ਨਾ 5 ਤਰ੍ਹਾਂ ਦੀ ਰਿਟ ਨੇ। 5 ਨੇ ਤਾਂ ਕਿਹੜੀ ਕਿਹੜੀ ਹੈ, ਤੁਸੀਂ ਭਾਵੇਂ ਹਿੰਦੀ ਵਾਲੇ ਨੂੰ ਅਵੋਇਡ ਕਰ ਸਕਦੇ ਹੋ, ਜਿਵੇਂ ਹੈਬੀਅਸ ਕੋਰਪਸ ਹੋ ਗਿਆ, ਮੈਂਡਮਸ, ਪ੍ਰੋਹਿਬਿਸ਼ਨ, ਰਿਟ ਆਫ ਸਰਚਰਾਰੀ ਤੇ ਲਾਸਟ ਵਨ ਹੈ ਕਿਊ ਵਾਰੰਟ। ਇਹਨਾਂ 5 ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਦੱਸਾਂਗਾ। ਨੈਕਸਟ ਗੱਲ ਕਰਦਾ ਹੈ ਵੈਨ ਦਾ ਸੁਪਰੀਮ ਕੋਰਟ ਇਸ਼ੂਜ਼ ਏ ਰਿਟ ਟੂ ਏ ਪਰਸਨ ਔਰ ਟੂ ਐਨ ਇੰਸਟੀਟਿਊਸ਼ਨ ਟੂ ਪਰਫੋਰਮ ਇਜ਼ ਡਿਊਟੀ ਇਟ ਇਜ਼ ਕੋਲਡ। ਮੰਨ ਲਓ ਸੁਪਰੀਮ ਕੋਰਟ ਨੇ ਇੱਕ ਰਿਟ ਇਸ਼ੂ ਕੀਤੀ ਹੈ ਤੇ ਕਿਸੇ ਪਰਟੀਕੂਲਰ ਇੰਸਟੀਟਿਊਸ਼ਨ ਨੂੰ ਉਹਦੀ ਡਿਊਟੀ ਜਾਂ ਪਰਟੀਕੂਲਰ ਪਰਸਨ ਨੂੰ ਉਹਦੀ ਡਿਊਟੀ ਪਰਫੋਰਮ ਕਰਨ ਲਈ ਕਿਹਾ ਤਾਂ ਉਹ ਕਿਹਦੇ ਅੰਡਰ ਆਊਗਾ, ਤਾਂ ਉਹ ਆਉਂਦਾ ਹੈਗਾ ਜੀ ਰਿਟ ਆਫ ਮੈਂਡਮਸ ਦੇ ਅੰਡਰ। ਮਤਲਬ ਕਿ ਇਹ ਕੋਰਟ ਦਾ ਆਰਡਰ ਹੁੰਦਾ ਹੈ ਕਿਸੇ ਇਨਫੀਰੀਅਰ ਕੋਰਟ ਯਾਨੀ ਕਿ ਹਾਈ ਕੋਰਟ ਜਾਂ ਡਿਸਟ੍ਰਿਕਟ ਕੋਰਟ ਨੂੰ ਜਾਂ ਫਿਰ ਕਿਸੇ ਪਬਲਿਕ ਅਥਾਰਟੀ ਆਫੀਸ਼ੀਅਲ ਨੂੰ ਉਹਦੀ ਡਿਊਟੀ ਕਰੈਕਟਲੀ ਪਰਫੋਰਮ ਕਰਨ ਲਈ। ਯਾਨੀ ਕਿ ਕੋਈ ਤੁਹਾਡੀ ਅਗਰ ਬਣਦਾ ਕੰਮ ਹੈ ਕੋਈ ਪਬਲਿਕ ਆਫੀਸ਼ੀਅਲ ਨਹੀਂ ਕਰ ਰਿਹਾ ਹੈਗਾ ਤਾਂ ਤੁਸੀਂ ਇਸ ਦੇ ਥਰੂ ਨਾ ਮੈਂਡਮਸ ਦੀ ਰਿਟ ਇਸ਼ੂ ਕਰਵਾ ਸਕਦੇ ਹੋ। ਜਿਵੇਂ ਆਰਡਰ ਕਰ ਰਿਹਾ ਹੈਗਾ ਕਾਰਟੂਨ ਦੇ ਵਿੱਚ ਦਿਖਾਇਆ ਹੋ ਗਿਆ ਕਿ ਰੈਂਡਰ ਏ ਫਾਈਨਲ ਡਿਸੀਜਨ ਔਨ ਪਲੈਂਟਿਵਸ ਵੀਜ਼ਾ ਵਿਦਿਨ 20 ਡੇਜ਼, ਤਾਂ ਯਾਨੀ ਕਿ ਕੋਰਟ ਉਹਨੂੰ ਜਿਹੜਾ ਹੈ ਮੈਂਡਮਸ ਰਿਟ ਦੇ ਥਰੂ ਜਿਹੜਾ ਹੈ ਆਰਡਰ ਦੇ ਰਿਹਾ। ਹੁਣ ਆਪਾਂ ਇਹਦੇ ਵਿੱਚ ਡਿਟੇਲ ਦੇਖ ਲੈਂਦੇ ਹਾਂ। ਆਪਾਂ ਨੂੰ ਵੈਸੇ ਤਾਂ ਇਹਦਾ ਮਿਲਾਨ ਕਰਨਾ ਹੈ, ਲੇਕਿਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚਾਰਟ ਦਿਖਾ ਦਿੰਦਾ। ਪਹਿਲੀ ਗੱਲ ਹੈ ਹੈਬੀਅਸ ਕੋਰਪਸ, ਯਾਨੀ ਕਿ ਇਹਦਾ ਮਤਲਬ ਹੁੰਦਾ ਹੈਗਾ ਲਿਟਰਲੀ ਮਤਲਬ ਟੂ ਹੈਵ ਦਾ, ਯੂ ਮੇ ਹੈਵ ਦਾ ਬੋਡੀ, ਯਾਨੀ ਕਿ ਕੋਰਟ ਇਹਦੇ ਵਿੱਚ ਜਿਹੜੀ ਕੋਈ ਬੰਦਾ ਮੰਨ ਲਓ ਡਿਟੇਨ ਕੀਤਾ ਗਿਆ ਜਿਹਨੂੰ ਅਨਲੌਫੁਲੀ, ਟੂ ਰਿਲੀਜ਼ ਏ ਪਰਸਨ ਹੂ ਹੈਜ਼ ਬੀਨ ਡਿਟੇਨਡ, ਯਾਨੀ ਕਿ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ ਅਨਲੌਫੁਲੀ ਵੈਦਰ ਇਨ ਪ੍ਰਿਜ਼ਨ ਔਰ ਇਨ ਪ੍ਰਾਈਵੇਟ ਕਸਟਡੀ, ਤਾਂ ਉਹਦੇ ਲਈ ਆਪਾਂ ਹੈਬੀਅਸ ਕੋਰਪਸ ਯੂਜ਼ ਕਰਦੇ ਹਾਂ। ਮੈਂਡਮਸ ਬਾਰੇ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਹੁਣੀ, ਵੀ ਕਮਾਂਡ ਦਾ ਮਤਲਬ ਹੈ ਕਿ ਯਾਨੀ ਕਿ ਕਿਸੇ ਪਬਲਿਕ ਆਫੀਸ਼ੀਅਲ ਕਿਸੇ ਲੋਅਰ ਕੋਰਟ ਜਾਂ ਟ੍ਰਿਬਿਊਨਲ ਤੋਂ ਉਹਦੀ ਡਿਊਟੀ ਪਰਫੋਰਮ ਕਰਵਾਉਣ ਲਈ। ਨੈਕਸਟ ਗੱਲ ਕਰਦਾ ਹੈ ਸਰਚਰਾਰੀ ਬਾਰੇ, ਟੂ ਬੀ ਸਰਟੀਫਾਈ। ਇਹਦਾ ਮਤਲਬ ਹੈ ਕਿ ਮੰਨ ਲਓ ਕਿਸੇ ਕੋਰਟ ਨੇ, ਡਿਸਟ੍ਰਿਕਟ ਕੋਰਟ ਨੇ ਜਾਂ ਹਾਈ ਕੋਰਟ ਨੇ ਕੋਈ ਆਰਡਰ ਪਾਸ ਕਰ ਦਿੱਤਾ ਹੈਗਾ ਤਾਂ ਉਹਨੂੰ ਕੁਐਸ਼ ਕਰਨ ਦੇ ਲਈ ਹੁੰਦਾ ਹੈਗਾ। ਤੇ ਪ੍ਰੋਬੇਸ਼ਨ ਲਈ ਹੁੰਦਾ ਹੈਗਾ, ਮੰਨ ਲਓ ਕਿਸੇ ਕੋਰਟ ਦੀ ਪਰਟੀਕੂਲਰ ਕੋਰਟ ਦੀ ਪ੍ਰੋਸੀਡਿੰਗ ਹਲੇ ਚੱਲੀ ਜਾ ਰਹੀ ਹੈ, ਉਹਨੂੰ ਰੋਕ ਕੇ ਜਿਹੜਾ ਹੈਗਾ ਉਹਨੂੰ ਮਤਲਬ ਰੋਕਣ ਦੀ ਗੱਲ ਕੀਤੀ ਗਈ। ਯਾਨੀ ਕਿ ਜੇਕਰ ਆਰਡਰ ਪਾਸ ਹੋ ਚੁੱਕਿਆ ਹੈਗਾ ਆਲਰੇਡੀ ਤਾਂ ਸਰਚਰਾਰੀ ਯੂਜ਼ ਕੀਤੀ ਜਾਊਗੀ, ਜੇ ਚੱਲ ਰਿਹਾ ਹੈਗਾ ਉਹਨੂੰ ਰੋਕਣ ਲਈ ਜਿਹੜਾ ਹੈਗਾ ਸਟੇ ਆਰਡਰ ਲਾਉਣ ਲਈ ਜਿਹੜਾ ਹੈਗਾ ਪ੍ਰੋਹਿਬਿਸ਼ਨ ਯੂਜ਼ ਕੀਤਾ ਜਾਏਗਾ। ਯਾਨੀ ਕਿ ਸਟੇ ਆਰਡਰ ਜਿਹੜੇ ਲੱਗਦੇ ਨੇ ਤੁਹਾਨੂੰ ਪਤਾ ਹੀ ਹੈ। ਫਿਰ ਗੱਲ ਕਰਦਾ ਕਿਊ ਵਾਰੰਟੋ ਬਾਰੇ, ਯਾਨੀ ਕਿ ਵਟ ਇਜ਼ ਯੋਰ ਅਥੋਰਿਟੀ, ਯਾਨੀ ਕਿ ਮੰਨ ਲਓ ਟੂ ਰਿਸਟ੍ਰੇਨ ਏ ਪਰਸਨ ਫਰੋਮ ਹੋਲਡਿੰਗ ਏ ਪਬਲਿਕ ਆਫਿਸ ਵਿਚ ਹੀ ਇਜ਼ ਨੋਟ ਐਂਟਾਈਟਲਡ, ਯਾਨੀ ਕਿ ਜਿਹੜਾ ਇਸ ਆਫਿਸ ਦਾ ਬੰਦਾ ਹੈ ਨਹੀਂ ਉਹ ਆ ਕੇ ਡਿਊਟੀ ਪਰਫੋਰਮ ਕਰ ਰਿਹਾ। ਹੁਣ ਮੰਨ ਲਓ
ਮੈਂ ਕੋਈ ਗੌਰਮੈਂਟ ਇੰਪਲੋਈ ਹਾਂ ਅਤੇ ਮੈਂ ਜਾ ਕੇ ਹੋਸਪਿਟਲ ਦੇ ਵਿੱਚ ਡਿਊਟੀ ਕਰਨ ਲੱਗ ਜਾਂ, ਕੋਈ ਮਤਲਬ ਨਹੀਂ ਬਣਦਾ ਉਸ ਚੀਜ਼ ਦਾ, ਕਿ ਉਸ ਪਰਸਨ ਨੂੰ ਰੋਕਦਾ ਹੈਗਾ ਜਿਹੜਾ ਉਹ ਡਿਊਟੀ ਉਹਨੂੰ ਕਰਨੀ ਹੀ ਨਹੀਂ ਹੈਗੀ, ਯਾਨੀ ਕਿ ਇਹਨੂੰ ਡਿਊਟੀ ਫਿਕਸ ਨਹੀਂ ਹੋਈ ਹੈਗੀ ਤਾਂ ਲੇਕਿਨ ਸਟਿਲ ਉਹ ਡਿਊਟੀ ਕਰ ਰਿਹਾ, ਤਾਂ ਉਹਨੂੰ ਰੋਕਣ ਲਈ ਆਪਾਂ ਕਿਊ ਵਾਰੰਟੋ ਕਹਿੰਦੇ ਹਾਂ। ਕਿਊ ਵਾਰੰਟੋ ਮਤਲਬ ਕਿ ਕਿਸ ਅਥੋਰਿਟੀ ਨਾਲ ਤੁਸੀਂ ਆ ਕੰਮ ਕਰ ਰਹੇ ਹੋ। ਹੁਣ ਇਹਦੇ ਵਿੱਚ ਆਪਾਂ ਸਿੰਪਲੀ ਦੇਖ ਸਕਦੇ ਹਾਂ, ਹੈਬੀਅਸ ਕੋਰਪਸ ਦਾ ਆਪਾਂ ਨੂੰ ਪਤਾ ਸੀਗਾ ਲੈਟ ਅਸ ਹੈਵ ਦਾ ਬੋਡੀ, ਯਾਨੀ ਕਿ ਇਹਦਾ ਆਨਸਰ 4 ਹੋਊਗਾ, ਤਾਂ ਆਪਣਾ ਆਪਸ਼ਨ ਨੰਬਰ ਇਹਦਾ ਕੱਟ ਹੀ ਜਾਊਗਾ ਕਿਉਂਕਿ ਇਹਦਾ 4 ਨਹੀਂ ਹੈਗਾ ਇਹਦੇ ਵਿੱਚ। ਫਿਰ ਗੱਲ ਕਰ ਰਿਹਾ ਹੈਗਾ ਮੈਂਡਮਸ। ਮੈਂਡਮਸ ਦਾ ਆਪਾਂ ਨੂੰ ਪਤਾ ਹੀ ਹੈ, ਮੈਂਡਮਸ ਦਾ ਮਤਲਬ ਹੁੰਦਾ ਹੈ ਵੀ ਕਮਾਂਡ, ਯਾਨੀ ਕਿ ਆਪਾਂ ਕਿਸੇ ਲੋਅਰ ਅਥੋਰਿਟੀ ਨੂੰ ਕਮਾਂਡ ਕਰਦੇ ਹਾਂ ਵੀ ਤੂੰ ਆਪਣੀ ਡਿਊਟੀ ਚੰਗੀ ਤਰ੍ਹਾਂ ਪਰਫॉर्म कर। दैट मीन्स हमारा ये तो फिक्स हो ही गया हैगा, हैबियस कॉर्पस टू लेट अस हैव द बॉडी, मैंडमस द वी कमांड। फिर गल करते हैं ਆਪਾਂ ਥੱਲੋਂ ਸ਼ੁਰੂ ਕਰਦੇ ਹਾਂ ਕਿਊ ਵਾਰੰਟੋ। ਆਪਾਂ ਨੂੰ ਪਤਾ ਹੈ ਕਿਊ ਵਾਰੰਟੋ ਦਾ ਮਤਲਬ ਸੀਗਾ ਬਾਈ ਵਿਚ ਅਥੋਰਿਟੀ। ਇਹਨਾਂ ਦੇ ਜਿਹੜੇ ਨੇ ਲਿਟਰਲ ਮੀਨਿੰਗ ਨੇ, ਤਾਂ ਇਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਏ ਦਾ ਜਿਹੜਾ ਹੈਗਾ 4 ਹੈਗਾ, ਬੀ ਦਾ 3 ਆ ਗਿਆ, ਸੀ ਦਾ 5 ਆ ਗਿਆ, ਅਤੇ ਜਿਹੜਾ ਸਰਸਰਾਰੀ ਹੈ ਉਹ ਆਪਾਂ ਨੂੰ ਗੱਲ ਕਰਦਾ ਹੈਗਾ ਕਿ ਬੀ ਮੋਰ ਫੁੱਲੀ ਇਨਫੋਰਮ, ਯਾਨੀ ਕਿ ਆਪਾਂ ਨੂੰ ਜਿਹੜਾ ਕੇਸ ਪਾਸ ਹੋ ਚੁੱਕਿਆ ਹੈਗਾ ਉਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ। ਅਤੇ ਜਿਹੜਾ ਇੱਕ ਬਚਦਾ ਰਹਿ ਗਿਆ ਪ੍ਰੋਬੇਸ਼ਨ ਰਿਟ ਟੂ ਸਬੋਰਡੀਨੇਟ। ਆਈ ਥਿੰਕ ਆਪਣਾ ਆ ਕੰਪਲੀਟ ਹੋ ਚੁੱਕਿਆ, ਇਹਦਾ 4 ਹੋ ਗਿਆ, ਬੀ ਦਾ 3, ਕਿਉਂਕਿ ਮੈਚਿੰਗ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਦਾ ਕਿਉਂਕਿ ਕੋਈ ਗਲਤੀ ਨਾ ਹੋ ਜਾਵੇ। ਈਵਨ ਸਰਸਰਾਰੀ ਵੀ ਇੱਕ ਰਿਟ ਟੂ ਸਬੋਰਡੀਨੇਟ ਹੁੰਦਾ ਹੈਗਾ, ਲੇਕਿਨ ਇਹ ਤਾਂ ਜ਼ਿਆਦਾ ਲਿਟਰਲੀ ਮੀਨਿੰਗ ਆਪਸ਼ਨ ਨੰਬਰ ਏ ਹੀ ਬਣਦਾ ਹੈ। ਨੈਕਸਟ ਗੱਲ ਕਰਦੇ ਹਾਂ ਦਾ ਏਜ ਆਫ ਦਾ ਰਿਟਾਇਰਮੈਂਟ ਇਨ ਦਾ ਸੁਪਰੀਮ ਕੋਰਟ ਇਜ਼, ਯਾਨੀ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਨੇ ਉਹਨਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੈ। ਦੇਖੋ ਜੀ, ਡਿਸਟ੍ਰਿਕਟ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਹੈ 60, ਹਾਈ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਹੈ 62, ਅਤੇ ਸੁਪਰੀਮ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਹੈ 65। ਤਾਂ ਆਪਸ਼ਨ ਕੀ ਹੋ ਜਾਊਗਾ ਡੀ 65 ਈਅਰਸ। ਫਿਰ ਗੱਲ ਕਰਦਾ ਹੈ ਹੂ ਹੈਜ਼ ਦਾ ਲਾਸਟ ਅਥੋਰਿਟੀ ਟੂ ਐਕਸਪਲੇਨ ਦਾ ਕੌਨਸਟੀਟਿਊਸ਼ਨ, ਕਿ ਕੌਨਸਟੀਟਿਊਸ਼ਨ ਨੂੰ ਐਕਸਪਲੇਨ ਕਰਨਾ, ਕੌਨਸਟੀਟਿਊਸ਼ਨ ਦੇ ਉੱਪਰ ਕਿਸੇ ਵੀ ਗੱਲ ਦੀ ਇੰਟਰਪ੍ਰੀਟੇਸ਼ਨ ਹੋਊਗੀ ਤਾਂ ਉਹ ਲਾਸਟ ਅਥੋਰਿਟੀ ਕੌਣ ਹੈ। ਪ੍ਰੈਜ਼ੀਡੈਂਟ ਦੱਸਦਾ ਹੈ, ਅਟੋਰਨੀ ਜਨਰਲ ਆਫ ਇੰਡੀਆ ਦੱਸਦਾ ਹੈ, ਸਪੀਕਰ ਆਫ ਲੋਕ ਸਭਾ ਦੱਸਦਾ ਹੈ, ਸੁਪਰੀਮ ਕੋਰਟ ਦੱਸਦਾ ਹੈ। ਤਾਂ ਓਬਵੀਅਸ ਜੀ ਗੱਲ ਹੈ ਜੀ, ਆਪਾਂ ਸੁਣਦੇ ਹਾਂ ਕਿ ਰਾਈਟ ਟੂ ਪ੍ਰਾਈਵੇਸੀ ਲਈ ਕਿੰਨੇ ਜ਼ਿਆਦਾ ਲੋਸ ਚੱਲ ਰਹੇ ਨੇ, ਕਿਉਂਕਿ ਉਹ ਆਪਣੇ ਫੰਡਾਮੈਂਟਲ ਰਾਈਟਸ ਦੇ ਅੰਡਰ ਆਉਂਦਾ ਹੈਗਾ, ਅਤੇ ਕਿੱਥੇ ਚੱਲ ਰਹੇ ਨੇ ਓਬਵੀਅਸ ਜੀ ਗੱਲ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ। ਸੁਪਰੀਮ ਕੋਰਟ ਹੈਜ਼ ਦਾ ਫਾਈਨਲ ਅਥੋਰਿਟੀ ਟੂ ਇੰਟਰਪ੍ਰੇਟ ਦਾ ਕੌਨਸਟੀਟਿਊਸ਼ਨ। ਜਿਵੇਂ ਆਪਾਂ ਕੇਸ਼ਵਾਨੰਦ ਭਾਰਤੀ ਕੇਸ ਦੀ ਗੱਲ ਕਰਦੇ ਹਾਂ, ਉਹਨੇ ਸਾਫ਼ ਕਿਹਾ ਸੀਗਾ ਵੀ ਤੁਸੀਂ ਪਾਰਲੀਮੈਂਟ ਨੂੰ ਕਿਹਾ ਸੀਗਾ ਕਿ ਪਾਰਲੀਮੈਂਟ ਤੁਸੀਂ ਜਿੰਨੀ ਵੀ ਛੇੜਛਾੜ ਕਰ ਸਕਦਾ ਹੈਗਾ ਕੌਨਸਟੀਟਿਊਸ਼ਨ ਦੇ ਵਿੱਚ, ਲੇਕਿਨ ਉਹਦੇ ਬੇਸਿਕ ਸਟਰਕਚਰ ਨੂੰ ਨਹੀਂ ਚੇਂਜ ਕਰ ਸਕਦਾ। ਅਤੇ ਬੇਸਿਕ ਸਟਰਕਚਰ ਕੀ ਹੋਏਗਾ ਉਹ ਸੁਪਰੀਮ ਕੋਰਟ ਤੈਅ ਕਰੇਗੀ। ਯਾਨੀ ਕਿ ਜਦੋਂ ਵੀ ਇਹਨਾਂ ਨੂੰ ਸੁਪਰੀਮ ਕੋਰਟ ਨੂੰ ਲੱਗੂਗਾ ਕਿ ਪਾਰਲੀਮੈਂਟ ਇਹੋ ਜਿਹੇ ਲੋਅ ਬਣਾ ਰਿਹਾ ਜਿਹਦੇ ਨਾਲ ਬੇਸਿਕ ਸਟਰਕਚਰ ਵੀ ਹਿਲ ਸਕਦਾ ਕੌਨਸਟੀਟਿਊਸ਼ਨ ਦਾ, ਅਮੈਂਡਮੈਂਟ ਕਰ ਰਿਹਾ ਹੈਗਾ, ਕਿਉਂਕਿ ਆਰਟੀਕਲ 368 ਦੇ ਤਹਿਤ ਪਾਰਲੀਮੈਂਟ ਨੂੰ ਪਾਵਰ ਹੈ ਕਿ ਕੌਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦਾ, ਲੇਕਿਨ ਉਹ ਉਹਦੇ ਬੇਸਿਕ ਫੀਚਰ ਨੂੰ ਨਹੀਂ ਕਰੇ, ਕਿਉਂਕਿ ਉਹ ਲਾਰਜੈਸਟ ਬੈਂਚ ਸੀਗੀ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ, 13 ਜੱਜਾਂ ਦੀ ਬੈਂਚ ਬੈਠੀ ਸੀਗੀ ਅਤੇ 7/6 ਦੇ ਮਤਾਂ ਨਾਲ ਪਾਸ ਹੋਈ, ਯਾਨੀ 7 ਨੇ ਕਿਹਾ ਸੀਗਾ ਵੀ ਕੌਨਸਟੀਟਿਊਸ਼ਨ ਦੇ ਬੇਸਿਕ ਸਟਰਕਚਰ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਤਾਂ ਇਸ ਤਰ੍ਹਾਂ ਦਾ ਇਹਨਾਂ ਸਭ ਚੀਜ਼ਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਜਿਹੜਾ ਹੈਗਾ ਉਹ ਡਿਕਲੇਅਰ ਕਰਦੇ ਹਾਂ ਆਪਾਂ ਉਹਨੂੰ ਕਿ ਉਹ ਗਾਰਡੀਅਨ ਅਤੇ ਕਸਟੋਡੀਅਨ ਹੈ ਕੌਨਸਟੀਟਿਊਸ਼ਨ ਦਾ। ਤਾਂ ਆਪਸ਼ਨ ਨੰਬਰ ਡੀ ਇਹਦਾ ਰਾਈਟ ਆਨਸਰ ਹੋਊਗਾ। ਅਤੇ ਅੱਜ ਦੀ ਵੀਡੀਓ ਆਪਣੀ ਇੰਨੀ ਹੀ, ਜੇ ਵੀਡੀਓ ਚੰਗੀ ਲੱਗੇ ਹੋ ਤਾਂ ਲਾਈਕ ਕਰਿਓ ਔਰ ਸ਼ੇਅਰ ਕਰਿਓ ਹੋਰ ਵੀ ਜਵਾਕਾਂ ਨਾਲ ਜਿਹੜੇ ਪੜ੍ਹ ਰਹੇ ਨੇ, ਤਿਆਰੀ ਕਰ ਰਹੇ ਨੇ ਐਗਜ਼ਾਮਸ ਦੀ। ਤਾਂ ਥੈਂਕਸ ਫॉर ਵਾਚਿੰਗ, ਜਲਦੀ ਮਿਲਾਂਗੇ। ਜੈ ਹਿੰਦ, ਜੈ ਭਾਰਤ। ਐਂਡ ਚੰਗੀ ਤਰ੍ਹਾਂ ਪੜ੍ਹਦੇ ਰਹੋ ਤੁਸੀਂ, ਟਾਈਮ ਘੱਟ ਹੈਗਾ, ਬਾਅਦ ਦੇ ਵਿੱਚ ਰਿਗਰੈਟ ਨਾ ਕਰਨਾ ਪਵੇ ਲਾਈਫ ਦੇ ਵਿੱਚ, ਹਲੇ ਜਿੰਨਾ ਟਾਈਮ ਹੈ ਉਹਨੂੰ ਯੂਜ਼ ਕਰ ਲਓ ਪੜ੍ਹਾਈ ਦੇ ਵਿੱਚ। ਥੈਂਕ ਯੂ।